Hello students, beta we are going to start the numericals of second chapter of unit 7th. Unit 7th, chapter 2nd, first half. Numericals of type A. Type A is related to pressure. ਪਹਿਲਾਂ ਫਾਰਮੂਲੇ ਡਿਸਕਸ ਕਰ ਲੈਂਦੇ ਆ ਜਾਂ ਕੁਛ ਇੱਕ ਦੋ ਕਨਸੈਪਟਸ ਪਿਕਅਪ ਕਰ ਲੈਂਦੇ ਆ ਹੈ ਨਾ। ਉਸ ਤੋਂ ਬਾਅਦ ਨੂਮੈਰੀਕਲ ਸਟਾਰਟ ਕਰਦੇ ਹਾਂ ਟਾਈਪ ਏ ਦੇ। ਪ੍ਰੈਸ਼ਰ ਦਾ ਇੱਕ ਫਾਰਮੂਲਾ ਤਾਂ ਇਹ ਹੁੰਦਾ, ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ। ਐਫ ਹੁੰਦੀ ਹੈ ਵੀ ਬੋਡੀ ਨੇ ਕਿੰਨੀ ਫੋਰਸ ਲਗਾਈ ਐਂਡ ਕਿੰਨਾ ਏਰੀਆ ਆਫ ਕੰਟੈਕਟ, ਕਿੰਨੇ ਏਰੀਏ 'ਤੇ ਲਗਾਈ। ਓਕੇ। ਸੈਕਿੰਡ ਪ੍ਰੈਸ਼ਰ ਦਾ ਫਾਰਮੂਲਾ ਸੀਗਾ ਪ੍ਰੈਸ਼ਰ ਐਗਜ਼ਰਟਿਡ ਬਾਈ ਲਿਕੁਇਡ ਕੋਲਮ ਪੀ ਇਜ਼ ਇਕੁਅਲ ਟੂ ਐਚ ਰੋ ਜੀ। ਜਿਵੇਂ ਸਪੋਜ਼ ਦਿਸ ਇਜ਼ ਦਾ ਕੰਟੇਨਰ है ना, कंटेनर इज फिल्ड विद लिक्विड एंड ਉਹਦੇ ਬੋਟਮ ਪੁਆਇੰਟ ਤੇ ਅਗਰ ਅਸੀਂ ਪ੍ਰੈਸ਼ਰ ਫਾइंड आउट ਕਰਨਾ ਹੈ, ਐਚ ਹੋ ਗਈ ਲਿਕੁਇਡ ਦੀ ਹਾਈਟ, ਕਿੰਨੀ ਹਾਈਟ ਤੱਕ ਹੈ ਲਿਕੁਇਡ, ਰੋ ਹੋ ਗਈ ਉਹਦੀ ਡੈਂਸਿਟੀ ਐਂਡ ਜੀ ਹੋ ਗਈ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਜੀ ਇਜ਼ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਠੀਕ ਹੈ। ਅਸੀਂ ਦੋ ਪੁਆਇੰਟਸ ਦਾ ਪ੍ਰੈਸ਼ਰ ਡਿਫਰੈਂਸ ਵੀ ਫਾइंड ਕਰ ਸਕਦੇ। ਜੇ ਅਸੀਂ ਦੋ ਪੁਆਇੰਟਸ ਦਾ ਪ੍ਰੈਸ਼ਰ ਡਿਫਰੈਂਸ ਫਾइंड ਕਰਨਾ ਹੈ ਤਾਂ ਉਹ ਵੀ ਤੁਹਾਨੂੰ ਫਾਰਮੂਲਾ ਮੈਂ ਕਰਵਾਇਆ ਹੋਇਆ ਬੇਟਾ, ਥਿਊਰੀ 'ਚ ਕਰਵਾਇਆ ਸੀਗਾ। ਅਗਰ ਅਸੀਂ ਦੋ ਪੁਆਇੰਟਸ ਦਾ ਪ੍ਰੈਸ਼ਰ ਡਿਫਰੈਂਸ ਫਾइंड आउट ਕਰਨਾ ਲਾਈਕ ਦਿਸ ਹੈ ਨਾ, ਤਾਂ ਇਸ ਦਾ ਫਾਰਮੂਲਾ ਵੀ ਇਹੀ ਸੀਗਾ ਐਚ ਰੋ ਜੀ। ਬਸ H1 ਯੂਜ਼ ਕਰ ਲਾਂਗੇ। H1 is the distance between vertical distance between the 2 points. H1 is vertical distance between two points. ठीक है, तो सेम फार्मूला ही है बेटा। इसे फार्मूले नाल तुसी बॉटम पॉइंट ते प्रैशर भी फाइंड आउट कर सकते हो एंड प्रैशर डिफरेंस बिटवीन द टू पॉइंट्स फाइंड करना है, ये भी फाइंड कर सकते हो। ठीक है। एक अपना सीगा कंसैप्ट गोज प्रैशर का। गोज प्रैशर गोज pressure at any point is equal to the difference between the total pressure and atmospheric pressure. किसी भी पॉइंट ते गोज प्रैशर करना है तो उस पॉइंट ते जिन्ना टोटल प्रैशर है उस चो एटमोसफेरिक प्रैशर माइनस करके असी गोज प्रैशर फाइंड आउट कर सकते हैं। ठीक है। अच्छा हुण फिफ्थ कंसैप्ट, अगर तो ये लिक्विड जिमें ये लिक्विड कंटेनर च एंड कंटेनर इज स्टेशनरी, फिर तो फार्मूला ही लग जाएगा बेटा P इज इक्वल टू एच रो जी। ठीक है। बट अगर ये कंटेनर किसी लिफ्ट के अंडर है, ध्यान ना समझो बेटा, सेम कंसैप्ट है। एच बॉटम पॉइंट ते प्रैशर फाइंड आउट करना है बट ये कंटेनर किसी लिफ्ट के अंदर है, लिफ्ट दे विच है, इनसाइड लिफ्ट। ठीक है। फिर जो बॉटम पॉइंट ते प्रैशर है बेटा, ਇਹਦਾ फार्मूला बन जाएगा एच। एच इज़ द हाइट ऑफ द लिक्विड, रो इज़ द डेंसिटी ऑफ द लिक्विड एंड एक्सेलेरेशन ड्यू टू ग्रेविटी जी नहीं लेनी बेटा, फिर जी डैश लेनी, जी नहीं लेनी, जी की जगह की यूज़ करेंगे जी डैश। जी डैश किमें फाइंड करना है, जी डैश फाइंड करने वास्ते यूनिट थर्ड दे थोनों लिफ्ट वाले टॉपिक के 6 केसिस याद है, 5 केसिस सीगे, याद है बेटा लिफ्ट वाले टॉपिक दे, है ना। एपरेंट टॉपिक का नेम सीगा, यूनिट थर्ड सीगा, यूनिट थर्ड एपरेंट वेट ऑफ बॉडी इनसाइड लिफ्ट या एलिवेटर, याद है बेटा, है ना। वो वाले 6 केसिस यूज़ करांगे। मीनस ये 6 केसिस केड़े केड़े सीगे। पहला केस सीगा भी इफ लिफ्ट इज स्टेशनरी, जे लिफ्ट स्टेशनरी है फिर बेटा एपरेंट वेट एक्चुअल वेट के इक्वल होंगे,
ਐਪਰੈਂਟ ਵੇਟ ਇਜ਼ ਇਕੁਅਲ ਟੂ ਐਕਚੁਅਲ ਵੇਟ, ਇੱਥੋਂ ਐਮ ਨਾਲ ਐਮ ਕੱਟਿਆ ਜਾਏਗਾ, ਜੀ ਡੈਸ਼ ਜੀ ਯੂਜ਼ ਹੋਏਗਾ। ਦੈਟ ਮੀਨਸ ਅਗਰ ਲਿਫਟ ਸਟੇਸ਼ਨਰੀ ਹੈ ਫਿਰ ਤੁਸੀਂ ਜੀ ਡੈਸ਼ ਦੀ ਜਗ੍ਹਾ ਜੀ ਯੂਜ਼ ਕਰ ਸਕਦੇ ਹੋ। ਸੈਕਿੰਡ ਕੇਸ ਕੀ ਸੀਗਾ, ਇਫ ਲਿਫਟ ਇਜ਼ ਮੂਵਿੰਗ ਵਿਦ constant velocity, ਚਾਹੇ ਅਪ ਮੂਵ ਕਰੇ ਚਾਹੇ ਡਾਊਨ ਮੂਵ ਕਰੇ, ਉਹਦੀ ਵੈਲੋਸਿਟੀ ਕਾਂਸਟੈਂਟ ਹੋਵੇ। ਵੈਲੋਸਿਟੀ ਕਾਂਸਟੈਂਟ ਹੋਏਗੀ ਤਾਂ ਐਕਸਲਰੇਸ਼ਨ ਜ਼ੀਰੋ। ਉਸ ਵਕਤ ਵੀ ਐਪਰੈਂਟ ਵੇਟ ਐਕਚੁਅਲ ਵੇਟ ਦੇ ਇਕੁਅਲ ਆਉਂਦਾ ਹੁੰਦਾ, ਐਮ ਨਾਲ ਐਮ ਕੱਟ ਕੇ ਜੀ ਡੈਸ਼ ਜੀ ਦੇ ਇਕੁਅਲ ਆ ਜਾਏਗਾ। ਅਗੇਨ ਤੁਸੀਂ ਜੀ ਡੈਸ਼ ਦੀ ਵੈਲਿਊ ਕੀ ਪੁੱਟ ਕਰ ਸਕਦੇ ਹੋ, ਜੀ, ਹੈ ਨਾ। ਸਾਰੇ ਕੇਸਿਸ ਕਰਵਾਏ ਹੋਏ ਨੇ ਬੇਟਾ, ਮੈਂ ਤੁਹਾਨੂੰ ਪ੍ਰੂਵ ਕਰਵਾਏ ਹੋਏ ਨੇ। ਮੈਂ ਤੁਹਾਨੂੰ ਕਿਹੜਾ ਕਹਿ ਰਿਹਾ, ਯੂਨਿਟ 3 ਚੈਪਟਰ 1 ਹੈ ਨਾ, ਉਸ 'ਚ ਐਪਰੈਂਟ ਵੇਟ ਵਾਲਾ ਇੱਕ ਟੋਪਿਕ ਸੀਗਾ, ਲਿਫਟ ਵਾਲਾ, ਲਿਫਟ ਵਾਲੇ ਟੋਪਿਕ ਦੇ ਕੇਸਿਸ ਸੀਗੇ, ਹੈ ਨਾ ਬੇਟਾ। ਉਹੀ ਕੇਸਿਸ ਮੈਂ ਰੀਕੈਪ ਕਰਵਾ ਰਿਹਾ ਤੁਹਾਨੂੰ, ਹੈ ਨਾ। ਸੀ ਕੇਸ ਹੈ, ਇਫ ਲਿਫਟ ਮੂਵਸ ਅਪਵਰਡ ਵਿਦ ਐਕਸਲਰੇਸ਼ਨ, ਵਿਦ ਸਮ ਐਕਸਲਰੇਸ਼ਨ, ਓਕੇ। ਫਿਰ ਜਿਹੜਾ ਐਪਰੈਂਟ ਵੇਟ ਸੀਗਾ ਉਹ ਆਇਆ ਸੀਗਾ ਐਮ ਇੰਟੂ ਜੀ ਪਲੱਸ ਏ, ਐਮ ਨਾਲ ਐਮ ਕਰਕੇ ਜੀ ਡੈਸ਼ ਦਾ ਫਾਰਮੂਲਾ ਬਣ ਜਾਏਗਾ ਜੀ ਪਲੱਸ ਏ। ਮਤਲਬ ਫਿਰ ਤੁਸੀਂ ਆ ਜਿਹੜਾ ਇੱਥੇ ਜੀ ਡੈਸ਼ ਹੈ ਇਹਦੀ ਜਗ੍ਹਾ ਕੀ ਯੂਜ਼ ਕਰ ਲਓਗੇ, ਜੀ ਪਲੱਸ ਏ, ਹੈ ਨਾ। ਇਫ ਲਿਫਟ ਮੂਵਸ ਡਾਊਨਵਰਡ, ਲਿਫਟ ਮੂਵਸ ਡਾਊਨਵਰਡਸ ਵਿਦ ਸਮ ਐਕਸਲਰੇਸ਼ਨ, ਕੁਛ ਨਾ ਕੁਛ ਐਕਸਲਰੇਸ਼ਨ ਨਾਲ ਲਿਫਟ ਨੀਚੇ ਨੂੰ ਆਵੇ, ਡਾਊਨਵਰਡ ਆਵੇ ਨੀਚੇ ਨੂੰ, ਹੈ ਨਾ। ਫਿਰ ਜਿਹੜਾ ਐਪਰੈਂਟ ਵੇਟ ਦਾ ਫਾਰਮੂਲਾ ਸੀਗਾ ਦੈਟ ਬਿਕਮਸ ਐਮ ਜੀ ਮਾਈਨਸ ਏ, ਐਮ ਨਾਲ ਐਮ ਕੈਂਸਲ, ਫਿਰ ਜੀ ਡੈਸ਼ ਦਾ ਫਾਰਮੂਲਾ ਜੀ ਮਾਈਨਸ ਏ ਬਣ ਜਾਏਗਾ, ਹੈ ਨਾ। ਇਫ ਲਿਫਟ ਫਾਲਸ ਫਰੀਲੀ, ਲਿਫਟ ਫਾਲਸ ਫਰੀਲੀ, ਜੇ ਫਰੀਲੀ ਫਾਲ ਕਰੇਗੀ ਫਿਰ ਉਹਦਾ ਐਪਰੈਂਟ ਵੇਟ ਜ਼ੀਰੋ ਹੋ ਜਾਂਦਾ, ਫਿਰ ਜੀ ਡੈਸ਼ ਦੀ ਵੈਲਿਊ ਜ਼ੀਰੋ ਹੋ ਜਾਏਗੀ। ਫਿਰ ਅਸੀਂ ਜੀ ਡੈਸ਼ ਦੀ ਵੈਲਿਊ ਜ਼ੀਰੋ ਪੁੱਟ ਕਰਾਂਗੇ। ਦੇਖੋ ਇੱਕ ਫਾਰਮੂਲਾ, ਇੱਕ ਫਾਰਮੂਲੇ ਤੋਂ ਅੱਗੇ 5 ਤਰ੍ਹਾਂ ਦੇ ਫਾਰਮੂਲੇ ਬਣ ਸਕਦੇ ਨੇ, ਮਤਲਬ 5 ਟਾਈਪਸ ਦੇ ਨੂਮੈਰੀਕਲ ਬਣ ਸਕਦੇ ਨੇ ਅਗਰ ਉਹ ਕੰਟੇਨਰ ਕਿਸੇ ਲਿਫਟ ਦੇ ਅੰਡਰ ਹੈ। ਜੇ ਤਾਂ ਉਹ ਕੰਟੇਨਰ ਐਜ਼ ਇਟ ਇਜ਼ ਹੀ ਪਿਆ ਹੈ, ਕਿਸੇ ਲਿਫਟ 'ਚ ਨਹੀਂ ਪਿਆ, ਐਜ਼ ਇਟ ਇਜ਼ ਕਿਸੇ ਗਰਾਊਂਡ 'ਤੇ ਪਿਆ ਜਾਂ ਹੋਰ ਕਿਤੇ ਪਿਆ, ਹੈ ਨਾ, ਫਿਰ ਤਾਂ ਜੀ ਹੀ ਯੂਜ਼ ਹੋ ਜਾਏਗਾ। ਬਟ ਅਗਰ ਕਿਸੇ ਲਿਫਟ ਦੇ ਅੰਦਰ ਹੈ ਫਿਰ ਜੀ ਨਹੀਂ ਯੂਜ਼ ਹੋਏਗਾ, ਫਿਰ ਜੀ ਡੈਸ਼ ਯੂਜ਼ ਹੋਏਗਾ ਬੇਟਾ, ਕਲੀਅਰ। ਤਾਂ ਬੀ ਕੇਅਰਫੁਲ ਅਬਾਊਟ ਦੈਟ ਕੰਸੈਪਟ, ਠੀਕ ਹੈ। ਹੋਰ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਬੇਟਾ, ਲਿਸਨ ਕੇਅਰਫੁਲੀ। ਇੱਕ ਡਿਵਾਈਸ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ, ਦੈਟ ਡਿਵਾਈਸ ਇਜ਼ ਬੈਰੋਮੀਟਰ। ਇਹਦਾ ਨੇਮ, ਇਹਦੇ ਨਾਲ ਰਿਲੇਟਿਡ ਕਈ ਨੂਮੈਰੀਕਲਸ ਹੈ। ਬੈਰੋਮੀਟਰ ਕੀ ਹੁੰਦਾ, ਇਟ ਇਜ਼ ਅ ਡਿਵਾਈਸ with the help of which we can measure pressure। ਇੱਕ ਡਿਵਾਈਸ ਹੈ ਬੇਟਾ ਜਿਸ ਦੀ ਹੈਲਪ ਨਾਲ ਅਸੀਂ ਪ੍ਰੈਸ਼ਰ ਮੇਜਰ ਕਰ ਸਕਦੇ ਹਾਂ, we can measure pressure। ਕਿਸ ਚੀਜ਼ ਦਾ ਬਣਿਆ ਹੁੰਦਾ ਹੈ, ਕੰਟੇਨਰ ਫਿਲਡ ਵਿਦ ਮਰਕਰੀ, ਮਰਕਰੀ ਹੁੰਦਾ ਇਸ 'ਚ। ਇੱਕ ਟਿਊਬ, ਇਟ ਇਜ਼ ਆਲਸੋ ਫਿਲਡ ਵਿਦ ਮਰਕਰੀ, ਹੈ ਨਾ। ਇਸ ਟਿਊਬ ਨੂੰ ਬੇਟਾ ਇਸ ਕੰਟੇਨਰ ਦੇ ਉੱਪਰ ਇਨਵਰਟ ਕਰ ਦਿਓ, ਉਲਟਾ ਦਿਓ, ਲਾਈਕ ਦਿਸ, ਉਲਟਾ ਦਿਓ, ਠੀਕ ਹੈ। ਹੁਣ ਆਪਾਂ ਨੂੰ ਪਤਾ ਹੈ ਵੀ ਅਗਰ ਦੋ ਪੁਆਇੰਟਸ ਸੇਮ ਹੋਰੀਜ਼ੋਨਟਲ ਲੈਵਲ 'ਤੇ ਹੋਣ ਤਾਂ ਦੋਨਾਂ ਪੁਆਇੰਟਸ 'ਤੇ ਪ੍ਰੈਸ਼ਰ ਇਕੁਅਲ ਹੁੰਦਾ ਕਰਵਾਇਆ ਸੀ ਨਾ। ਜਿਹੜੇ ਪੁਆਇੰਟਸ ਸੇਮ ਹੋਰੀਜ਼ੋਨਟਲ ਲੈਵਲ 'ਤੇ ਹੁੰਦੇ ਨੇ ਉਹਨਾਂ ਪੁਆਇੰਟਸ 'ਤੇ ਪ੍ਰੈਸ਼ਰ ਕੀ ਹੁੰਦਾ ਸੇਮ ਹੁੰਦਾ, ਠੀਕ ਹੈ। ਤਾਂ ਬੇਟਾ ਜਿੰਨਾ ਪ੍ਰੈਸ਼ਰ ਏ ਪੁਆਇੰਟ 'ਤੇ ਹੋਏਗਾ, ਹੈ ਨਾ, ਉਨਾ ਹੀ ਪ੍ਰੈਸ਼ਰ ਬੀ ਪੁਆਇੰਟ 'ਤੇ ਹੋਏਗਾ, ਹੈ ਨਾ। ਦੈਟ ਡਿਵਾਈਸ, ਇਸ ਡਿਵਾਈਸ ਨੂੰ ਬੈਰੋਮੀਟਰ ਕਹਿੰਦੇ ਨੇ ਬਸ, ਦੈਟ ਡਿਵਾਈਸ ਇਜ਼ ਨੋਨ ਐਜ਼ ਬੈਰੋਮੀਟਰ। ਜਿੰਨਾ ਪ੍ਰੈਸ਼ਰ ਏ ਪੁਆਇੰਟ 'ਤੇ ਹੋਏਗਾ ਉਨਾ ਹੀ ਪ੍ਰੈਸ਼ਰ ਬੀ ਪੁਆਇੰਟ 'ਤੇ ਹੋਏਗਾ। ਏ ਪੁਆਇੰਟ 'ਤੇ ਪ੍ਰੈਸ਼ਰ ਕਿਸ ਨੇ ਲਗਾਇਆ ਹੋਇਆ ਬੇਟਾ, ਐਟਮੋਸਫੇਅਰ ਨੇ। ਏ ਪੁਆਇੰਟ 'ਤੇ ਪ੍ਰੈਸ਼ਰ ਹੈਗਾ ਐਟਮੋਸਫੇਅਰਿਕ ਪ੍ਰੈਸ਼ਰ,
दैट मीनस बी पॉइंट ते भी प्रैशर कितना होएगा जिहड़ा एटमोसफेयर लगा रहा है, एटमोसफेरिक प्रैशर। क्लीयर, समझ गए। तो उस एटमोसफेरिक प्रैशर कारण बी पॉइंट का लेड लिक्विड है एक पर्टिकुलर हाइट ते सैट हो जाएगा, मतलब नीचे आ जाएगा, नीचे आ जाएगा बेटा, एक पर्टिकुलर हाइट ते सैट हो जाएगा, पर्टिकुलर हाइट ते। क्लियर, आ जाएगा, खाली हो जाएगी, एम्पटी हो जाएगी। फिर असी इत्थे फार्मूला लगा के ना एच रो जी फार्मूला लगा के फिर असी प्रैशर मेजर कर सकते हैं भी कितना प्रैशर होएगा बाहर, मतलब बाहरले प्रैशर के अकॉर्डिंग ही यदी हाइट सैट होएगी। जे बाहरला प्रैशर ਵਧੇਗਾ यदी हाइट बढ़ जाएगी, जे बाहरला प्रैशर घटेगा यदी हाइट घट जाएगी। एवें आ फार्मूला लगा के एच हो गई आ हाइट, रो हो गई मीडियम की डेंसिटी, जी हो गई एक्सेलरेशन ड्यू टू ग्रेविटी। क्लीयर बेटा, समझ गए। दैट डिवाइस इज़ नोन एज बैरोमीटर, मतलब बैरोमीटर की हैल्प लैके असी आ हाइट देख के हाइट की वैल्यू पुट करके मीडियम की डेंसिटी पुट करके हाइट कितनी पुट करांगे बेटा जिन्ना राइज होया, जिन्नी ये हाइट ते होएगा वो हाइट पुट कर देंगे, रो की पुट कर देंगे डेंसिटी मरकरी की, है ना, एंड जी इज़ एक्सेलरेशन ड्यू टू ग्रेविटी पुट करके असी फाइंड कर सकते हैं भी बी पॉइंट ते कितना प्रैशर होएगा, है ना। जिन्ना प्रैशर बी पॉइंट ते होएगा उन्ना प्रैशर ए पॉइंट ते होएगा बाहर, बाहरला प्रैशर मेजर कर सकते हैं असी। दैट डिवाइस इज़ नोन एज बैरोमीटर। तो बैरोमीटर ਨਾਲ रिलेटेड क्वेश्चंस हैगे ने, इस करके मैं ਤੁਹਾਨੂੰ बैरोमीटर की थोड़ी जी नॉलेज दी है बेटा, ठीक है। इट इज़ अ डिवाइस विद द हैल्प ऑफ विच वी कैन मेजर प्रैशर। तो हुण प्रैशर के SI यूनिट्स की होंगे ने बेटा, SI यूनिट्स ऑफ प्रैशर, प्रैशर होंगे फोर्स अपॉन एरिया, फोर्स के यूनिट्स न्यूटन, एरिया के मीटर स्केयर, प्रैशर के यूनिट्स बन गए न्यूटन पर मीटर स्केयर, इन्हूं नवा नाम दिता गया सी पास्कल। CGS यूनिट्स, CGS यूनिट्स प्रैशर दे, प्रैशर डाइंस सेंटीमीटर स्केयर, डाइंस पर सेंटीमीटर स्केयर, है ना। मैं थोड़ा दसिया सी भी प्रैशर एवं लेंथ की फॉर्म च भी मेजर होंगे लाइक 0.76 मीटर ऑफ मरकरी कोलम। जे प्रैशर एवं लेंथ की फॉर्म च जी आ चीज़ है ना ये SI यूनिट्स है ना ये CGS यूनिट्स है, ये तो प्रैशर को लेंथ की फॉर्म च लिखा हुआ है। मैं थोड़ा समझाया इसी थ्योरी के भी अगर प्रैशर लेंथ की फॉर्म च लिखा हो तो इन्हू किमें सॉल्व करना है, किमें सॉल्व होएगा बेटा ये P इज़ इक्वल टू H रो जी लगा बाई यूजिंग P इज़ इक्वल टू H रो जी। H का रोल कौन प्ले करेगा बेटा, आ जो 0.76 है, रो किस दी लोगे आ वाली मीडियम की डेंसिटी, डेंसिटी ऑफ मरकरी दी होगी थोड़ा क्वेश्चन च, वैसे ये होंगी 13.6 10⁻³ ठीक है। जी इज़ एक्सेलरेशन ड्यू टू ग्रेविटी, एम सोल्व करके वैल्यूज पुट करके फिर प्रैशर फाइंड आउट करोगे, वो जो प्रैशर आएगा दैट प्रैशर इज इन SI यूनिट्स पास्कल्स। समझ गए। एवं अगर प्रैशर वैसे बहुत सारे क्वेश्चन प्रैशर एवं दिता होता है, स्टूडेंट्स कन्फ्यूज हो जाते हैं भी आ चीज़ की दी हुई है। अगर प्रैशर एवं लेंथ की फॉर्म च दिता हो फिर तुम H रो जी फार्मूला यूज करके फिर प्रैशर कैलकुलेट करो। समझ गए। एवं बेटा P इज़ इक्वल टू H रो जी लगा के तुम लेंथ वाले प्रैशर को पास्कल च कन्वर्ट कर सकते हो। ईवन असी पास्कल वाले प्रैशर को लेंथ च भी कन्वर्ट कर सकते, उल्टा भी कर सकते हैं। किमें सपोज करो थोड़ा दिता होया प्रैशर इज़ इक्वल टू 25 पास्कल, यू हैव टू कन्वर्ट इट इनटू लेंथ फॉर्म, एवं कन्वर्ट करना है भी P इज़ इक्वल टू हाउ मच मीटर ऑफ मरकरी कोलम, इस कन्वर्ट करना है। तुम फार्मूला लगाओगे P इज़ इक्वल टू H रो जी, इतों फार्मूले H इज़ इक्वल टू P बाय रो जी, प्रैशर पुट करोगे 25, रो पुट करोगे मरकरी की डेंसिटी, मरकरी की डेंसिटी कितनी दसी है मैं थोड़ा 13.6 इंटू 10⁻³ जी एक्सेलरेशन ड्यू टू ग्रेविटी, सॉल्व करके H आ जाएगा थोड़ा, तो H आ जाएगा। फिर तुम प्रैशर लिखोगे जिन्ना आ गया, मान लो आ गया 17 आ गया, मैं वैसे ही एग्जाम्पल लीती है बेटा, पता नहीं कितना आएगा, सपोज करो 17 आ, फिर तुम लिखोगे 17 मीटर ऑफ मरकरी कोलम। हाँ, इस प्रैशर में एवं लेंथ की फॉर्म च कन्वर्ट करता, मतलब लेंथ वाली फॉर्म है उन्होंने तुम पास्कल च भी कन्वर्ट कर सकते हो, पास्कल वाली फॉर्म में
ਲੈਂਥ 'ਚ ਵੀ ਕਨਵਰਟ ਕਰ ਸਕਦੇ ਇਸ ਤਰੀਕੇ ਨਾਲ। ਠੀਕ ਹੈ ਬੇਟਾ। ਤਾਂ ਇਹ ਸਾਰੀਆਂ ਚੀਜ਼ਾਂ ਨਾ ਸਾਨੂੰ ਆਪਣੇ ਮਾਈਂਡ 'ਚ ਰੱਖਣੀਆਂ ਪੈਣਗੀਆਂ। ਦੇਖੋ ਕਿੰਨਾ ਕੰਸੈਪਟ ਮੈਂ ਤੁਹਾਨੂੰ ਦੱਸਿਆ ਹੈ ਨਾ ਰਿਗਾਰਡਿੰਗ ਪ੍ਰੈਸ਼ਰ, ਮੈਂ ਤੁਹਾਨੂੰ ਥਿਊਰੀ ਵੀ ਕਰਵਾਈ ਹੈ, ਉਸ ਤੋਂ ਬਾਅਦ ਇੰਨਾ ਕੰਸੈਪਟ ਪ੍ਰੈਸ਼ਰ ਬਾਰੇ ਦੱਸਿਆ ਹੈ ਨਾ। ਇਹ ਸਾਰੀਆਂ ਚੀਜ਼ਾਂ ਜੇ ਆਪਾਂ ਮਾਈਂਡ 'ਚ ਰੱਖਾਂਗੇ ਫਿਰ ਆਪਣੇ ਨੂਮੈਰੀਕਲਸ ਈਜ਼ੀਲੀ ਸੋਲਵ ਹੋ ਜਾਣਗੇ, ਨਹੀਂ ਤਾਂ ਨੂਮੈਰੀਕਲ ਸੋਲਵ ਕਰਨ ਵਕਤ ਦਿੱਕਤ ਆਏਗੀ। ਠੀਕ ਹੈ ਨਾ ਜੀ। ਤਾਂ ਨੂਮੈਰੀਕਲਸ ਕੇਅਰਫੁਲੀ ਅਟੈਂਪਟ ਕਰੋ, ਧਿਆਨ ਨਾਲ ਸਮਝੋ। ਠੀਕ ਹੈ। ਵੀ ਆਰ ਗੋਇੰਗ ਟੂ ਸਟਾਰਟ ਅਵਰ ਫਸਟ ਕੁਐਸਚਨ। फर्स्ट क्वेश्चन स्टार्ट करते बेटा। A barometer kept in an elevator accelerating upwards reads 76 centimeter of mercury। एक बैरोमीटर है एलीवेटर ਦੇ ਵਿੱਚ ਹੈ, एलीवेटर मतलब लिफ्ट, लिफ्ट ਦੇ ਵਿੱਚ एक बैरोमीटर पे कितना रीड कर रहा है बैरोमीटर? ये बैरोमीटर रीड कर रहा है 76 सेंटीमीटर है ना। तो जी एच होगी दैट इज 76 सेंटीमीटर वो रीड कर रहे हैं, मीटर्स च बदल लो 0.76 मीटर ऑफ मरकरी। ठीक है। इफ दिस एलीवेटर इज एक्सेलरेटिंग अपवर्ड एट 4.5 मीटर, कहते ये जो एलीवेटर है उपर नूं एक्सेलरेट कर रहे हैं, किन्नी एक्सेलरेशन नाल 4.5 मीटर पर सैकेंड नाल अपवर्ड्स, अपवर्ड जा रहा तो बेटा जी जी डैश बन जाएगी, वो बन जाएगी जी प्लस ए। समझाया सी ना तुहानूं। आ देखो, इफ लिफ्ट मूव्स अपवर्ड विद सम एक्सेलरेशन, फिर जी जी डैश है वो जी प्लस ए बन जाती है ना, जी डैश नहीं बन जाएगी। ठीक है। फाइंड द प्रेशर, प्रेशर फाइंड आउट करना है बट सेंटीमीटर ऑफ मरकरी कॉलम च फाइंड आउट करना है, सेंटीमीटर ऑफ मरकरी कॉलम च प्रेशर फाइंड आउट करना बेटा। वी हैव टू फाइंड प्रेशर बट पास्कल च नहीं फाइंड करना, सेंटीमीटर ऑफ मरकरी कॉलम च, सेंटीमीटर ऑफ मरकरी कॉलम च फाइंड आउट करना। क्लीयर? कोई कन्फ्यूजन? पहले तो चलो आप प्रेशर फाइंड आउट करते हैं, कितना प्रेशर होएगा इस 76, इसका फॉर्मूला लगावांगे P इज इक्वल टू एच रो, जी डैश लगावांगे, जी नहीं लगावांगे। जी तो लगाते जे ये बैरोमीटर स्टेशनरी पिया होंदा, ये तो ये बैरोमीटर तो लिफ्ट दे विच एंड लिफ्ट इज एक्सेलरेटिंग है ना, तो इस करके जी डैश लगावांगे, जी नहीं लगावांगे है ना। एच की वैल्यू पुट करियो 0.76। डेंसिटी मरकरी की दी हुई है बेटा क्वेश्चन 13.6 10⁻³ ठीक है। 0.76 इंटू डेंसिटी 13.6 10⁻³ जी डैश की वैल्यू जी प्लस ए है ना, जी प्लस ए पुट करके ये जो प्रेशर आएगा आ वाला सॉल्व करके है ना, ये पास्कल च आएगा। यू हैव टू कन्वर्ट इट इनटू सेंटीमीटर ऑफ मरकरी कॉलम, तो तुसी यही प्रैशर नूं यूज़ कर लोगे एच रो जी। तो एच का फार्मूला मतलब एच डैश रो जी, एच डैश इज इक्वल टू पी बाय रो जी है ना। पी की वैल्यू जोड़ा उपर आंसर आया, आंसर जो आया उत्थे पी की वैल्यू पुट हो जाएगी। डेंसिटी असी कि पुट करनी है मरकरी की, डेंसिटी मरकरी की लेनी है 13.6 10⁻³ ठीक है। जी की वैल्यू 9.8। ये सोल्व करके ना एच डैश आ जाएगा थोड़ा मीटर्स च आएगा, क्योंकि असी पास्कल एस आई यूनिट्स होंगे ना, तो एच के यूनिट्स मीटर्स च आ जाएंगे। तुसी उन्होंने 100 नाल मल्टीप्लाई कर लियो है ना, 100 नाल जो आंसर आएगा उन्होंने 100 नाल मल्टीप्लाई करके उन्होंने सेंटीमीटर बन लियो, दैट इज़ एच डैश। वो थोड़ा लेंथ की फॉर्म च आ जाएगा ठीक है। थोड़ा ये अप्रोक्सीमेटली एवं आ जाएगा 1.11 मीटर, तो 1.11 100 नाल मल्टीप्लाई करोगे 111 सेंटीमीटर, फिर तुम इन्हें लिख सकते हो 111 सेंटीमीटर ऑफ मरकरी कॉलम। इन्ना प्रैशर है, मतलब सिंपल है। क्वेश्चन तो उरी खत्म हो गया सीगा, प्रैशर फाइंड करना सी, प्रैशर तो उरी फाइंड कर लिया सी आपां ने। इसका प्रैशर फाइंड आउट करना सीगा है ना, भी कितना प्रैशर है मेजर कर रहे हैं, तो प्रैशर तो उरी फाइंड आउट हो गया सी, बट वो प्रैशर किस फॉर्म च फाइंड आउट होया सी, पास्कल की फॉर्म च। सानू क्वेश्चन च कहा गया सीगा भी प्रैशर सेंटीमीटर ऑफ मरकरी कॉलम च फाइंड आउट करना है, तो असीं वो पास्कल वाले प्रैशर नूं सेंटीमीटर ऑफ मरकरी कॉलम वाले है ना उस कन्वर्ट करता। समझ आ गया बेटा? समझ आ गया क्वेश्चन? पहला तो इत्थे जी डैश क्यों लगाया बेटा, ये समझ आ गया थोनू, क्योंकि जो बैरोमीटर है किस दे विच है, लिफ्ट दे विच है।
ਜਿਹੜਾ ਆਪਣਾ ਕੰਟੇਨਰ ਹੈ ਇਹ ਕਿਸ ਦੇ ਵਿੱਚ ਹੈ ਬੇਟਾ, ਲਿਫਟ ਦੇ ਵਿੱਚ ਹੈ। ਲਿਫਟ ਦੇ ਵਿੱਚ ਹੈ ਤਾਂ ਫਿਰ ਜੀ ਡੈਸ਼ ਯੂਜ਼ ਹੁੰਦਾ ਜੀ ਨਹੀਂ ਯੂਜ਼ ਹੁੰਦਾ ਜੀ, ਹੈ ਨਾ, ਕਿਉਂਕਿ ਲਿਫਟ ਉੱਪਰ ਨੂੰ ਐਕਸਲਰੇਟ ਕਰ ਰਹੀ ਹੈ ਤਾਂ ਜੀ ਡੈਸ਼ ਦਾ ਫਾਰਮੂਲਾ ਜੀ ਪਲੱਸ ਹੈ। ਜੀ ਡੈਸ਼ ਦੀ ਵੈਲਿਊ ਜੀ ਪਲੱਸ ਏ ਪੁੱਟ ਕੀਤੀ, ਜੀ ਦੀ ਵੈਲਿਊ ਏ ਦੀ ਵੈਲਿਊ ਸਾਨੂੰ ਪਤਾ ਹੈ, ਜੀ ਦੀ ਵੈਲਿਊ 9.8 ਹੈ ਨਾ, ਜੀ ਇਜ਼ ਇਕੁਅਲ ਟੂ 9.8, ਏ ਦੀ ਵੈਲਿਊ 4.5 ਹੈ। ਵੈਲਿਊਜ਼ ਪੁੱਟ ਕਰਕੇ ਪ੍ਰੈਸ਼ਰ ਆ ਜਾਏਗਾ, ਉਹ ਪਾਸਕਲ 'ਚ ਆਏਗਾ। ਉਰੇ ਛੱਡਣਾ ਕੁਐਸਚਨ, ਉਰੇ ਛੱਡ ਦਿਓ, ਠੀਕ ਹੈ। ਪਰ ਉਹਨਾਂ ਨੇ ਕੁਐਸਚਨ 'ਚ ਕਿਹਾ ਵੀ ਤੁਸੀਂ ਪ੍ਰੈਸ਼ਰ ਫਾਈਂਡ ਆਊਟ ਕਰਨਾ ਇਨ ਸੈਂਟੀਮੀਟਰ ਆਫ ਮਰਕਰੀ, ਤਾਂ ਆਪਾਂ ਨੇ ਉਹ ਪਾਸਕਲ ਵਾਲੇ ਪ੍ਰੈਸ਼ਰ ਨੂੰ ਸੈਂਟੀਮੀਟਰ 'ਚ ਕਨਵਰਟ ਕੀਤਾ ਬੇਟਾ, ਸੈਂਟੀਮੀਟਰ ਆਫ ਮਰਕਰੀ ਕਾਲਮ 'ਚ। ਕਲੀਅਰ, ਸਮਝ ਆ ਗਈ? Okay, now we move to question number 2. Yes beta, second question. The gauge pressure in both the tires of bicycle. Okay, tires bicycle ਦੇ ਜਿਹੜੇ ਟਾਇਰਸ हैं ਉਸ 'ਚ ਪ੍ਰੈਸ਼ਰ ਦਿੱਤਾ ਹੋਇਆ 7 into 10 raised to power 5 Pascal. If the bicycle and the person okay, ground, bicycle and the person riding have a combined mass, ਦੋਨਾਂ ਦਾ, ਇਹਦਾ ਪਰਸਨ ਦਾ ਵੀ ਤੇ ਬਾਈਸਾਈਕਲ ਦਾ ਵੀ ਕੰਬਾਈਨਡ ਮਾਸ ਦਿੱਤਾ ਹੋਇਆ 100 kg। ਬੇਟਾ ਜਿੰਨਾ ਇਹਨਾਂ ਦਾ ਮਾਸ ਹੋਏਗਾ ਹੈ ਨਾ, ਮਾਸ ਦੇ ਅਕੋਰਡਿੰਗ ਇਹਦਾ ਵੇਟ ਹੋਏਗਾ, ਐਂਡ ਜਿੰਨਾ ਵੇਟ ਹੋਏਗਾ ਉਨੀ ਇਹ ਗਰਾਊਂਡ 'ਤੇ ਕੀ ਲਗਾ ਰਹੇ ਹੋਣਗੇ, ਫੋਰਸ। ਮਾਸ 100, ਜੀ ਦੀ ਵੈਲਿਊ ਇਹਨਾਂ ਨੇ ਕਿਹਾ ਹੋਇਆ ਬੇਟਾ ਕੁਐਸਚਨ 'ਚ ਦਿੱਤੀ ਹੋਈ, ਜੀ ਇਜ਼ ਇਕੁਅਲ ਟੂ 10 ਮੀਟਰ ਪਰ ਸੈਕਿੰਡ ਸਕੁਅਰ, ਹੈ ਨਾ, ਤਾਂ ਇੰਨੇ ਨਿਊਟਨ ਦੀ ਇਹ ਗਰਾਊਂਡ 'ਤੇ ਫੋਰਸ ਲੱਗ ਰਹੀ ਹੋਗੀ। ਜਿੰਨਾ ਪਰਸਨ ਦਾ ਵੇਟ ਜਾਂ ਬਾਈਸਾਈਕਲ ਦਾ ਵੇਟ, ਪਰਸਨ ਪਲੱਸ ਬਾਈਸਾਈਕਲ, ਜਿੰਨਾ ਇਹਨਾਂ ਦੋਨਾਂ ਦਾ ਵੇਟ ਹੈ ਨਾ ਬੇਟਾ, ਵੇਟ ਦਾ ਫਾਰਮੂਲਾ ਐਮ ਜੀ ਹੁੰਦਾ ਨਾ, ਉਨੀ ਗਰਾਊਂਡ 'ਤੇ ਫੋਰਸ ਲਗਾ ਰਹੇ ਹੋਣਗੇ, ਠੀਕ ਹੈ। ਆਪਾਂ ਨੇ ਫਾਈਂਡ ਕਰਨਾ ਏਰੀਆ ਆਫ ਕੰਟੈਕਟ ਆਫ ਈਚ ਟਾਇਰ, ਈਚ ਟਾਇਰ ਦਾ ਏਰੀਆ ਆਫ ਕੰਟੈਕਟ ਗਰਾਊਂਡ ਨਾਲ ਕਿੰਨਾ ਹੈ। ਲੈਟ ਕਰ ਲਓ ਇੱਕ ਟਾਇਰ ਦਾ ਏਰੀਆ ਆਫ ਕੰਟੈਕਟ ਏ ਹੈ, ਦੂਸਰੇ ਟਾਇਰ ਦਾ ਵੀ ਏ ਹੈ, ਠੀਕ ਹੈ। ਲੈਟ ਏਰੀਆ ਆਫ ਕੰਟੈਕਟ ਆਫ ਈਚ ਟਾਇਰ ਇਜ਼ ਏ, ਤਾਂ ਬੇਟਾ ਟੋਟਲ ਏਰੀਆ ਕਿੰਨਾ ਕੰਟੈਕਟ 'ਚ ਹੋ ਗਿਆ ਗਰਾਊਂਡ ਦੇ, ਟੋਟਲ ਏਰੀਆ ਜਿਹੜਾ ਗਰਾਊਂਡ ਦੇ ਕੰਟੈਕਟ 'ਚ, ਦੋ ਟਾਇਰਸ ਹੈ ਨਾ, ਇੱਕ ਟਾਇਰ ਦਾ ਏ ਦੂਸਰੇ ਦਾ ਏ, ਤਾਂ ਟੋਟਲ ਏਰੀਆ ਕੰਟੈਕਟ ਕਿੰਨਾ ਹੋ ਗਿਆ 2A, ਹੈ ਨਾ। ਪ੍ਰੈਸ਼ਰ ਕੀ ਅਸੀਂ ਆ ਏ ਫਾਈਂਡ ਆਊਟ ਕਰਨਾ ਵੀ ਕਿੰਨਾ ਏਰੀਆ ਗਰਾਊਂਡ ਦੇ ਕੰਟੈਕਟ 'ਚ ਹੋਏਗਾ, ਠੀਕ ਹੈ। ਪ੍ਰੈਸ਼ਰ ਦਾ ਫਾਰਮੂਲਾ ਕੀ ਹੁੰਦਾ ਬੇਟਾ, ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ ਹੁੰਦਾ, ਹੈ ਨਾ। ਅਸੀਂ ਏਰੀਆ ਕਿੰਨਾ ਯੂਜ਼ ਕਰਨਾ 2A, 2A ਯੂਜ਼ ਕਰਨਾ, ਇੱਥੋਂ A ਆ ਜਾਏਗਾ ਬੇਟਾ F/2P। F ਦੀ ਵੈਲਿਊ ਸਾਨੂੰ ਪਤਾ ਹੈ 1000, ਹੈ ਨਾ, 2 ਇੰਟੂ P ਦੀ ਵੈਲਿਊ ਸਾਨੂੰ ਪਤਾ 7 ਇੰਟੂ 10 ਰੇਜ਼ ਟੂ ਪਾਵਰ 5, ਹੈ ਨਾ। ਸੋਲਵ ਕਰਕੇ ਏਰੀਆ ਆਫ ਕੰਟੈਕਟ ਆ ਜਾਏਗਾ ਵੀ ਕਿੰਨਾ ਟਾਇਰ ਦਾ ਏਰੀਆ ਆਫ ਕੰਟੈਕਟ ਗਰਾਊਂਡ ਦੇ ਨਾਲ ਹੋਏਗਾ। ਇੱਥੇ 2A ਕਿਉਂ ਲਿੱਤਾ ਸਮਝ ਆ ਗਿਆ ਤੁਹਾਨੂੰ, ਕਿਉਂਕਿ ਦੋ ਟਾਇਰਸ ਸੀਗੇ, ਹੈ ਨਾ। ਇੱਕ ਟਾਇਰ ਦਾ ਏਰੀਆ ਆਫ ਕੰਟੈਕਟ A ਹੈ ਤਾਂ ਦੋ ਟਾਇਰਸ ਦਾ ਏਰੀਆ ਆਫ ਕੰਟੈਕਟ ਕਿੰਨਾ ਹੋਏਗਾ 2A। ਫੋਰਸ ਅਪੋਨ ਏਰੀਆ ਇਜ਼ ਇਕੁਅਲ ਟੂ ਪ੍ਰੈਸ਼ਰ ਹੁੰਦਾ, ਫੋਰਸ ਲੱਗ ਰਹੀ ਹੈ 1000 ਨਿਊਟਨ ਆ ਸੀਗੀ, ਐਂਡ ਏਰੀਆ ਆਫ ਕੰਟੈਕਟ ਕਿੰਨਾ ਬੇਟਾ 2A, ਹੈ ਨਾ। ਫੋਰਸ 1000 ਨਿਊਟਨ, ਏਰੀਆ ਆਫ ਕੰਟੈਕਟ 2A, ਫੋਰਸ ਅਪੋਨ ਏਰੀਆ ਪ੍ਰੈਸ਼ਰ ਇੱਥੋਂ ਏਰੀਆ ਉੱਪਰ ਲੈ ਗਏ, ਪ੍ਰੈਸ਼ਰ ਨੀਚੇ ਲੈ ਫਾਈਂਡ ਆਊਟ ਕਰਕੇ ਆ ਜਾਏਗਾ, ਠੀਕ ਹੈ। ਦੈਟ ਇਜ਼ ਯੋਰ ਕੁਐਸਚਨ ਨੰਬਰ 2। ਨਾਓ ਵੀ ਮੂਵ ਟੂ ਕੁਐਸਚਨ ਨੰਬਰ 3। ਕੁਐਸਚਨ ਨੰਬਰ 3 ਤੇ ਆਉਂਦੇ ਬੇਟਾ, ਕੁਐਸਚਨ ਨੰਬਰ 3 ਦੇ ਵਿੱਚ ਹਾਊ ਮਚ ਪ੍ਰੈਸ਼ਰ ਵਿਲ ਅ ਬॉय ਵੇਟ, ਇੱਕ ਬॉय ਹੈ, ਬॉय ਦਾ ਵੇਟ ਦਿੱਤਾ ਹੋਇਆ, ਵੇਟ ਦਿੱਤਾ ਹੋਇਆ 50 kgf, 1 kgf ਜੀ ਨਿਊਟਨ ਦੇ ਇਕੁਅਲ ਹੁੰਦਾ, ਇਹਨੂੰ ਅਸੀਂ ਜੀ ਨਾਲ ਮਲਟੀਪਲਾਈ ਕਰਕੇ ਨਿਊਟਨ 'ਚ ਕਨਵਰਟ ਕਰਤਾ। ਜੀ ਦੀ ਵੈਲਿਊ ਕੁਐਸਚਨ 'ਚ ਦਿੱਤੀ ਹੋਈ ਹੈ 10, 500 ਨਿਊਟਨ ਵੇਟ ਆ ਗਿਆ ਬॉय ਦਾ, ਐਂਡ ਜਿੰਨਾ ਵੇਟ ਉਨੀ ਉਹ ਕੀ ਲਗਾਏਗਾ ਬੇਟਾ ਫੋਰਸ, ਠੀਕ ਹੈ। ਫਸਟ ਪਾਰਟ, ਦੋ ਪਾਰਟ ਹੈ ਇਹਦੇ, when he is lying on ground, ਜਦੋਂ ਗਰਾਊਂਡ 'ਤੇ ਪਿਆ ਲਾਈਕ ਦਿਸ। ਦੂਸਰਾ ਹੈਗਾ ਪਾਰਟ when he is standing on the ground,
ਜਦੋਂ ਗਰਾਊਂਡ ਤੇ ਖੜਾ ਹੈ। ਠੀਕ ਹੈ, ਤਾਂ ਜਦੋਂ ਤੂੰ ਬੇਟਾ ਪਿਆ ਉਹ ਹੈ ਨਾ, ਉਹਦਾ ਸਾਰਾ ਏਰੀਆ ਗਰਾਊਂਡ ਦੇ ਕੰਟੈਕਟ 'ਚ ਹੈ। ਏਰੀਆ ਆਫ ਬੋਡੀ ਇਜ਼ ਇਨ ਕੰਟੈਕਟ ਵਿਦ ਗਰਾਊਂਡ, ਹੈ ਨਾ। ਬੋਡੀ ਦਾ ਏਰੀਆ ਗਰਾਊਂਡ ਦੇ ਕੰਟੈਕਟ 'ਚ ਹੈ। ਬੋਡੀ ਦਾ ਏਰੀਆ ਆਪਾਂ ਨੂੰ ਕੁਐਸਚਨ 'ਚ ਦਿੱਤਾ ਹੋਇਆ ਹੈ 0.5 ਮੀਟਰ ਸਕੁਅਰ। ਪ੍ਰੈਸ਼ਰ ਫਾਈਂਡ ਆਊਟ ਕਰਨਾ ਹੈ। ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ। ਫੋਰਸ ਹੈਗੀ ਹੈ 500 ਨਿਊਟਨ, ਏਰੀਆ 0.5, ਪ੍ਰੈਸ਼ਰ ਆ ਜਾਏਗਾ 1000 ਪਾਸਕਲ। ਸਮਝ ਗਏ? ਤਾਂ ਉਹਦਾ ਕਿਉਂਕਿ ਉਹਦੀ ਪੂਰੀ ਬੋਡੀ ਗਰਾਊਂਡ ਦੇ ਕੰਟੈਕਟ 'ਚ ਹੈ, ਤਾਂ ਅਸੀਂ ਜਿਹੜਾ ਏਰੀਆ ਲਵਾਂਗੇ ਉਹ ਪੂਰੀ ਬੋਡੀ ਦਾ ਲਵਾਂਗੇ। ਬਟ ਜਦੋਂ ਸਟੈਂਡਿੰਗ ਹੈ ਉਹਦੇ ਸਿਰਫ ਫੀਟ ਗਰਾਊਂਡ ਦੇ ਕੰਟੈਕਟ 'ਚ ਹੈ। ਓਨਲੀ 2 feet are in contact with ground, ਤਾਂ ਉੱਥੇ ਏਰੀਆ ਜਿਹੜਾ ਲੈਣਾ ਹੈ, ਏਰੀਆ ਆਫ 2 feet ਲੈਣਾ। ਠੀਕ ਹੈ, ਸਾਨੂੰ 1 ਫੀਟ ਦਾ ਏਰੀਆ ਦਿੱਤਾ ਹੋਇਆ ਬੇਟਾ, 1 ਫੀਟ ਦਾ ਏਰੀਆ ਦਿੱਤਾ ਹੋਇਆ ਗਰਾਊਂਡ 'ਚ 60 ਸੈਂਟੀਮੀਟਰ ਸਕੁਅਰ। 2 ਫੀਟਸ ਹੈ ਨਾ, ਤਾਂ 2 ਇੰਟੂ ਏਰੀਆ ਆਫ 1 ਫੀਟ, ਏਰੀਆ ਆਫ 1 ਫੁੱਟ, ਏਰੀਆ ਆਫ 1 ਫੁੱਟ 60 ਸੈਂਟੀਮੀਟਰ ਸਕੁਅਰ। ਇਹਨੂੰ ਮੀਟਰ 'ਚ ਬਦਲ ਲਓ ਬੇਟਾ, 60 ਇੰਟੂ ਸੈਂਟੀਮੀਟਰ। 1 ਸੈਂਟੀਮੀਟਰ ਨੂੰ ਮੀਟਰ 'ਚ ਬਦਲਣਾ ਹੋਵੇ 100 ਨਾਲ ਡਿਵਾਈਡ ਕਰਦੇ ਹੁੰਦੇ ਆ। 2 ਸੈਂਟੀਮੀਟਰਸ ਹੈ, 10⁻⁻4 ਨਾਲ ਮਲਟੀਪਲਾਈ ਹੋ ਜਾਏਗਾ ਬੇਟਾ। ਇੰਨਾ ਏਰੀਆ ਆ ਗਿਆ। ਪ੍ਰੈਸ਼ਰ ਫਾਈਂਡ ਆਊਟ ਕਰਨਾ, ਫੋਰਸ ਅਪੋਨ ਏਰੀਆ। ਫੋਰਸ 500 ਨਿਊਟਨ। ਫੋਰਸ ਦਾ ਸਾਰੇ ਬॉय ਦਾ ਵੇਟ, ਜਿੰਨਾ ਵੇਟ ਆ ਉਹ ਸਾਰਾ ਫੋਰਸ ਦਾ ਰੋਲ ਪਲੇ ਕਰੇਗਾ ਨਾ। ਫੋਰਸ ਆ ਜਾਏਗੀ 500 ਨਿਊਟਨ ਐਂਡ ਏਰੀਆ ਆ ਜਾਏਗਾ ਬੇਟਾ ਇਹ 120 ਇੰਟੂ 10⁻⁻4। ਸੋਲਵ ਕਰਕੇ ਪ੍ਰੈਸ਼ਰ ਫਾਈਂਡ ਆਊਟ ਹੋ ਜਾਏਗਾ। ਤਾਂ ਜਦੋਂ ਬॉय ਗਰਾਊਂਡ 'ਤੇ ਪਿਆ ਉਸ ਵਕਤ ਉਹਦਾ ਪੂਰੀ ਬੋਡੀ ਦਾ ਏਰੀਆ ਲੈਣਾ, ਕਿਉਂਕਿ ਉਹਦੀ ਪੂਰੀ ਬੋਡੀ ਗਰਾਊਂਡ ਦੇ ਕੰਟੈਕਟ 'ਚ ਹੁੰਦੀ ਹੈ। ਜਦੋਂ ਖੜਾ ਹੈ ਉਸ ਵਕਤ ਉਹਦੇ ਸਿਰਫ ਫੀਟਸ ਦਾ ਏਰੀਆ ਲੈਣਾ, ਕਿਉਂਕਿ ਉਹਦੇ ਸਿਰਫ 2 ਪੈਡਸ ਗਰਾਊਂਡ ਦੇ ਕੰਟੈਕਟ 'ਚ ਲੈਣੇ। ਆਪਾਂ ਸਿਰਫ ਉਹ ਏਰੀਆ ਲੈਣਾ ਹੁੰਦਾ ਜਿਹੜਾ ਕੰਟੈਕਟ 'ਚ ਹੁੰਦਾ, ਏਰੀਆ ਆਫ ਕੰਟੈਕਟ। ਪ੍ਰੈਸ਼ਰ ਦਾ ਫਾਰਮੂਲਾ ਹੁੰਦਾ ਨਾ ਫੋਰਸ ਅਪੋਨ ਏਰੀਆ। ਵਟ ਇਜ਼ ਏਰੀਆ ਆਫ ਕੰਟੈਕਟ, ਜਿੱਥੇ ਫੋਰਸ ਲੱਗ ਰਹੀ ਹੈ ਉਸ ਫੋਰਸ ਦਾ ਏਰੀਆ ਆਫ ਕੰਟੈਕਟ। ਐਵੇਂ ਬੇਟਾ ਤੁਹਾਡੇ ਦੋਨੇ ਆਨਸਰਸ ਆ ਜਾਣਗੇ। ਪਹਿਲਾ ਆਨਸਰ ਤਾਂ ਮੈਂ ਕੱਢ ਹੀ ਦਿੱਤਾ, ਦੂਸਰਾ ਆਨਸਰ ਤੁਸੀਂ ਇਹਨੂੰ ਕੈਲਕੂਲੇਟ ਕਰ ਲਿਓ, ਤੁਹਾਡਾ ਰਿਜ਼ਲਟ ਆ ਜਾਏਗਾ ਬੇਟਾ। ਦੈਟ ਯੂਰ ਕੁਐਸਚਨ ਨੰਬਰ 3rd। ਓਕੇ, 3 questions हो गए। नाउ वी मूव टू क्वेश्चन नंबर 4th। क्वेश्चन नंबर 4th ਦੇ ਵਿੱਚ ਹੈ ਬੇਟਾ, what will be the length of mercury column in a barometer tube when atmospheric pressure is this and the tube is inclined? okay, ਇੱਕ barometer ਹੈ। ਐਟਮੋਸਫੇਰਿਕ ਪ੍ਰੈਸ਼ਰ ਸਾਨੂੰ ਦਿੱਤਾ ਹੋਇਆ ਬੇਟਾ 75 ਸੈਂਟੀਮੀਟਰ ਆਫ ਮਰਕਰੀ। ਇਹਦਾ ਮਤਲਬ ਇਹ ਹੋਇਆ ਵੀ ਅਗਰ ਕੋਈ ਟਿਊਬ ਐਵੇਂ ਤੁਸੀਂ ਵਰਟੀਕਲੀ ਇਨਕਲਾਈਨਡ ਕਰਾਓਗੇ, ਬਿਲਕੁਲ ਵਰਟੀਕਲੀ, ਹੈ ਨਾ, ਤਾਂ ਜਿੰਨਾ ਪ੍ਰੈਸ਼ਰ ਐਟ ਪੁਆਇੰਟ ਏ ਓਨਾ ਪ੍ਰੈਸ਼ਰ ਐਟ ਪੁਆਇੰਟ ਬੀ, ਜਿੰਨਾ ਪ੍ਰੈਸ਼ਰ ਐਟ ਪੁਆਇੰਟ ਏ ਓਨਾ ਹੀ ਐਟ ਪੁਆਇੰਟ ਬੀ, ਬਿਕੋਜ਼ ਦੋਨੇ ਪੁਆਇੰਟਸ ਆਰ ਐਟ ਸੇਮ ਲੈਵਲ। ਏ ਪੁਆਇੰਟ 'ਤੇ ਪ੍ਰੈਸ਼ਰ ਕਿਹੜਾ ਹੋਏਗਾ ਬੇਟਾ? ਐਟਮੋਸਫੇਰਿਕ। ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਦਿੱਤਾ ਹੋਇਆ? 75 ਸੈਂਟੀਮੀਟਰ ਆਫ ਮਰਕਰੀ। ਦੈਟ ਮੀਨਸ ਮਰਕਰੀ ਦਾ ਲੈਵਲ 75 ਸੈਂਟੀਮੀਟਰ 'ਤੇ ਜਾ ਕੇ ਰੁਕੇਗਾ, ਐਟ 75 ਸੈਂਟੀਮੀਟਰ। ਮਰਕਰੀ ਦਾ ਲੈਵਲ 75 ਸੈਂਟੀਮੀਟਰ 'ਤੇ ਜਾ ਕੇ ਰੁਕੇਗਾ ਜੇ ਟਿਊਬ ਵਰਟੀਕਲ ਹੈ। ਅਗਰ ਟਿਊਬ ਵਰਟੀਕਲ ਹੈ ਫਿਰ 75 ਸੈਂਟੀਮੀਟਰ 'ਤੇ ਜਾ ਕੇ ਰੁਕੇਗਾ। ਕਿਉਂ? ਕਿਉਂਕਿ ਸਾਨੂੰ ਐਟਮੋਸਫੇਰਿਕ ਪ੍ਰੈਸ਼ਰ ਦਿੱਤਾ ਹੋਇਆ 75 ਸੈਂਟੀਮੀਟਰ। ਜਿੰਨਾ ਪ੍ਰੈਸ਼ਰ ਏ 'ਤੇ ਹੋਏਗਾ ਉਨਾ ਹੀ ਪ੍ਰੈਸ਼ਰ ਬੀ 'ਤੇ ਹੋਏਗਾ ਐਂਡ ਬੀ ਪੁਆਇੰਟ 'ਤੇ ਪ੍ਰੈਸ਼ਰ ਇਸ ਲਿਕੁਇਡ ਕੋਲਮ ਕਾਰਨ ਬਣੇਗਾ। ਸਮਝ ਗਏ? 75 ਸੈਂਟੀਮੀਟਰ ਆਫ ਮਰਕਰੀ। ਠੀਕ ਹੈ, ਪਰ ਹੁਣ ਉਹਨਾਂ ਨੇ ਕਿਹਾ, ਕਹਿੰਦੇ ਅਗਰ ਇਸ ਟਿਊਬ ਨੂੰ ਇਨਕਲਾਈਨਡ ਕਰ ਦਿੱਤਾ ਜਾਵੇ, ਇਨਕਲਾਈਨ ਕਰਨਾ ਐਟ ਐਨ ਐਂਗਲ ਆਫ 60 ਡਿਗਰੀ ਵਿਦ ਹੋਰੀਜ਼ੋਨਟਲ ਡਾਇਰੈਕਸ਼ਨ। ਬੇਟਾ ਬੀ ਕੇਅਰਫੁਲ, ਉਹਨਾਂ ਨੇ ਕਿਹਾ ਹੋਰੀਜ਼ੋਨਟਲ ਡਾਇਰੈਕਸ਼ਨ ਨਾਲ 60 ਡਿਗਰੀ ਦਾ ਐਂਗਲ ਬਣਾ ਰਹੀ। ਜੇ ਉਹਨਾਂ ਨੇ ਕਿਹਾ ਹੁੰਦਾ ਵੀ ਇਹ ਇਨਕਲਾਈਨਡ ਕਰਨੀ ਹੈ ਵੀ ਮੇਕਸ ਐਨ ਐਂਗਲ 60 ਡਿਗਰੀ ਵਿਦ ਵਰਟੀਕਲ, ਹੈ ਨਾ, ਮੇਕਸ ਐਨ ਐਂਗਲ 60 ਡਿਗਰੀ ਵਿਦ ਵਰਟੀਕਲ, ਫਿਰ ਆਪਾਂ 60 ਡਿਗਰੀ ਇੱਧਰ ਬਣਾਉਂਦੇ, ਇੱਧਰ, ਫਿਰ 60 ਡਿਗਰੀ ਇੱਧਰ ਬਣਦਾ ਆਹ ਵਾਲਾ। ਪਰ ਉਹਨਾਂ ਨੇ ਵਰਟੀਕਲ ਨਾਲ ਨਹੀਂ ਐਂਗਲ ਨੂੰ ਬਣਾਉਣ ਨੂੰ ਕਿਹਾ, ਕਿਸ ਨਾਲ ਬਣਾਉਣ ਨੂੰ ਕਿਹਾ? ਕੁਐਸਚਨ ਦੀ ਲਾਸਟ ਲਾਈਨ ਚੈੱਕ ਕਰੋ,
ट्यूब इज इंक्लाइंड एट एन एंगल ऑफ 60 डिग्री विद द होरिजोनटल डायरेक्शन। ट्यूब इंक्लाइंड है किन्ने डिग्री ते 60 डिग्री ते विद होरिजोनटल डायरेक्शन। दिस इज होरिजोनटल डायरेक्शन ना बेटा, है ना। इस तो 60 डिग्री ते ट्यूब इंक्लाइंड है। हुण दसो कहंदे ये किन्ने लेंथ तक जाएगा, इसकी लेंथ किन्नी होएगी, आ लेंथ एल फाइंड आउट करनी है, आ वाली। ठीक है, थोनों ये क्लीयर कर देना भी मरकरी लैवल सेम हाइट तक, ए वाली हाइट तक राइज करेगा, इत्थे तक एवें, इस तो घट नहीं होएगा, सेम हाइट तक राइज करेगा। ठीक है, तो हुण चीज़ बेटा देखो, अगर आ एंगल 60 डिग्री है तो फिर आ वाला एंगल कितना होएगा बेटा, देखो आ वाला एंगल कितना है, ये तो 90 डिग्री है ना बेटा। आ वाली ट्यूब ते आ वाले होरिजोनटल डायरेक्शन ते वर्टिकल ट्यूब च एंगल 90 डिग्री है। 90 चो आ वाला एंगल कितना 60, तो आ वाला एंगल कितना हो गया बेटा 30 रह गया। ਹੁਣ ਨਾ ਆਪਾਂ ट्रिग्नोमेट्री लगा लो, ये चीज़ एवें बना लो, देखो भी सानू आ वाली साइड दी हुई है 75 सेंटीमीटर। ठीक है, तो आ वाली साइड असी फाइंड करनी है एंड ए वाला एंगल सानू कितना दिता है बेटा 30 डिग्री। ठीक है, दिस एंगल इज़ 90 डिग्री। 90 डिग्री के ओपोजिट हाइपोटेन्यूज होंगे, एंगल के ओपोजिट परपेंडिकुलर होंगे, तीसरी साइड बेस होंगी। 90 डिग्री के ओपोजिट हाइपोटेन्यूज, मैं आ वाली चीज़ बना ली बेटा, सौखे तरीके नाल बना ली। दिस इज़ लेंथ, लेंथ बना ली। आ हाइट एच, एच बना लिया। आ परपेंडिकुलर, है ना। 90 डिग्री के ओपोजिट हाइपोटेन्यूज होंगे, एंगल के ओपोजिट परपेंडिकुलर होंगे, तीसरी साइड बेस। बेस सानू पता है हाइपोटेन्यूज करना है, बेस अपॉन हाइपोटेन्यूज कोस थीटा होंगे, है ना। बेस सानू पता है कितना 75 सेंटीमीटर। हाइपोटेन्यूज असी फाइंड करना है एल, है ना। कोस 30, कोस 30 कोस 30 कितना होंगे बेटा, कोस 30 √3/2 होंगे। 75 सेंटीमीटर एल √3/2, एल उधर ले जाओ, 75 × 2/√3 एल, है ना। तो सॉल्व करके एल आ जाएगा बेटा थोड़ा 86.6 सेंटीमीटर। ठीक है, पता चल जाएगा भी जी एल है वो कितना होएगी। वधिया क्वेश्चन सीगा ये। ठीक है, इंपोर्टेंट क्वेश्चन सीगा भी जे ट्यूब वर्टिकल है फिर तो इन्ना होएगी जिन्ना एटमोसफेरिक प्रैशर 75, फिर तो 75 है। जे ट्यूब इनकलाइंड है फिर वो कितना बन जाएगी, वही लेंथ कितनी बन जाएगी मरकरी लैवल की, है ना, ये कितनी बन जाएगी, एवें फाइंड आउट करना सी बेटा। क्लीयर, कोई कन्फ्यूजन। क्वेश्चन नंबर 4 क्लीयर। क्वेश्चन थोड़े मुश्किल है, शायद पहली बार च थोड़े तो ना होन। ठीक है, बी केयरफुल, है ना, हार नहीं मननी हैगी, है ना, हार नहीं मननी बेटा, अटैम्प्ट करने ने क्वेश्चन, अटैम्प्ट करांगे तो ही क्वेश्चन सॉल्व होंगे। नाउ वी फर्दर मूव टू क्वेश्चन नंबर 5। क्वेश्चन नंबर 5 पे आने बेटा। क्वेश्चन नंबर 5 है द मैनुअल ऑफ कार। कार का मैनुअल, मैनुअल होंगी है बेटा बुकलैट। जो आप कोई कार खरीदते ना वो सानू एक बुकलैट मिलती है, उस बुकलैट नूं बोलते हैं मैनुअल। द बुकलैट ऑफ कार इंस्ट्रक्ट्स द ओनर। कार की बुकलैट ओनर को इंस्ट्रक्ट कर रही है टू इनफ्लेट द टायर्स एट अ प्रैशर ऑफ 2 किलो पास्कल। जी कार की बुकलैट च प्रैशर लिखा होंगे ना बेटा भी टायर्स च कितनी हवा भरनी है, वो प्रैशर दिता होया आपां नूं 2 किलो पास्कल। बेटा जी बुकलैट च प्रैशर लिखा होंगे गोज प्रैशर लिखा होंगे, दिस इज़ द गोज प्रैशर 200 किलो होंगे 1000 2 × 10⁵ पास्कल। ये गोज प्रैशर लिखा होंगे, मतलब एटमोसफेरिक प्रैशर माइनस माइनस करके इन्ना प्रैशर होना चाहिए। ठीक है, ए पार्ट की है व्हाट इज़ द रिकमेंडेड गोज प्रैशर, दिस इज़ द रिकमेंडेड गोज प्रैशर। ये गोज प्रैशर मैनुअल दे विच हमेशा, है ना, कला गोज प्रैशर दिता होंगे। ओके, फर्स्ट पार्ट हो गया। सेकंड पार्ट वट इज़ द रिकमेंडेड एब्सोल्यूट प्रैशर। एब्सोल्यूट मतलब टोटल प्रैशर, टोटल प्रैशर कितना होएगा, रिकमेंडेड टोटल प्रैशर। टोटल प्रैशर आपां नूं पता भी जो गोज प्रैशर होंगे दैट इज़ इक्वल टू टोटल प्रैशर माइनस एटमोसफेरिक प्रैशर। तो टोटल प्रैशर फाइंड आउट करना है तो गोज प्रैशर च आपां एटमोसफेरिक प्रैशर ऐड कर दो। गोज प्रैशर अपने को हैगा अपने को 2 × 10⁵, है ना। एटमोसफेरिक प्रैशर की वैल्यू दी हुई है क्वेश्चन च, दी हुई है बेटा लास्ट च लिखी हुई है 1.01 10⁵ पास्कल।
है ना, ऐड कर दोगे 2.01 10⁵ पास्कल इज द टोटल एब्सोल्यूट प्रेशर, दैट इज सेकेंड पार्ट। क्लियर बेटा, कोई कन्फ्यूजन उरे तक समझ आ गया? ਹੁਣ ਇਸ ਤੋਂ ਅੱਗੇ ਥਰਡ ਪਾਰਟ ਸਮਝੋ। ਥਰਡ ਪਾਰਟ ਇਹ ਤਾਂ ਆਪਾਂ ਦੇਖੋ ਫਸਟ ਪਾਰਟ 'ਚ ਤਾਂ ਗੋਜ਼ ਪ੍ਰੈਸ਼ਰ ਕਿੰਨਾ ਮੇਜਰ ਕਰੇਗਾ, ਗੋਜ਼ ਪ੍ਰੈਸ਼ਰ ਕਿੰਨਾ ਲਿਖਿਆ ਹੋਏਗਾ ਬੇਟਾ, ਜਿੰਨਾ ਮੈਨੂਅਲ 'ਚ ਲਿਖਿਆ ਹੁੰਦਾ ਉਹ ਦੈਟ ਇਜ਼ ਗੋਜ਼ ਪ੍ਰੈਸ਼ਰ ਲਿਖਿਆ ਹੁੰਦਾ। ਇਹ ਪੁਆਇੰਟ ਕਲੀਅਰ ਕਰ ਲਓ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਵੀ ਟੋਟਲ ਪ੍ਰੈਸ਼ਰ ਕਿੰਨਾ ਹੋਏਗਾ ਟਾਇਰਸ ਦੇ ਅੰਦਰ, ਟੋਟਲ ਪ੍ਰੈਸ਼ਰ ਹੈ ਨਾ, ਤਾਂ ਅਸੀਂ ਟੋਟਲ ਪ੍ਰੈਸ਼ਰ ਕੱਢ ਲਿਆ ਗੋਜ਼ ਪ੍ਰੈਸ਼ਰ 'ਚ ਐਟਮੋਸਫੇਰਿਕ ਪ੍ਰੈਸ਼ਰ ਐਡ ਕਰਕੇ 2 ਅੱਛਾ ਇਹ 3.01 ਇੰਨਾ ਆਏਗਾ ਬੇਟਾ, 3.01 10⁵ ਪਾਸਕਲ। ਹੁਣ ਉਹਨਾਂ ਨੇ ਕਿਹਾ ਕਹਿੰਦੇ ਇੰਨੀ ਹਵਾ ਟਾਇਰ 'ਚ ਭਰ ਲਈ ਥਰਡ ਪਾਰਟ 'ਚ, ਹੈ ਨਾ, ਇੰਨੀ ਹਵਾ ਟਾਇਰ 'ਚ ਭਰ ਲਈ ਬੇਟਾ ਇੰਨੇ ਪ੍ਰੈਸ਼ਰ ਤੱਕ। ਫਿਰ ਉਸ ਨੂੰ ਹਾਈਟ 'ਤੇ ਲੈ ਗਏ ਕਾਰ ਨੂੰ। ਕਾਰ ਇਜ਼ ਡਰੀਵਨ ਟੂ ਦਾ ਮਾਊਂਟੇਨ ਪੀਕ ਵੇਅਰ ਦਾ ਐਟਮੋਸਫੇਰਿਕ ਪ੍ਰੈਸ਼ਰ ਇਜ਼ 10% ਬਿਲੋ ਐਟ ਸੀ ਲੈਵਲ। ਉੱਥੇ ਐਟਮੋਸਫੇਰਿਕ ਪ੍ਰੈਸ਼ਰ ਜਿੰਨਾ ਹੁੰਦਾ ਹੈ ਉਸ ਤੋਂ 10% ਘੱਟ ਸੀਗਾ। ਦੈਟ ਮੀਨਸ ਐਟ ਹਾਈਟ, ਹੈ ਨਾ, ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਸੀਗਾ ਬੇਟਾ 10% ਘੱਟ ਸੀਗਾ। 10% ਜਿੰਨਾ ਹੁੰਦਾ ਉਸ ਦਾ 10% ਘਟਾ ਦਿਓ, ਹੈ ਨਾ, 10% ਘਟਾ ਦਿਓ ਬੇਟਾ, PA 10/100 10% ਘਟਾ ਦਿਓ, ਹੈ ਨਾ, ਕਿੰਨਾ ਬਣੇਗਾ ਬੇਟਾ ਇਹ ਸਿੰਪਲ ਕਰ ਲਓ, ਐਵੇਂ ਨਾ ਕਰੋ, ਚਲੋ ਐਵੇਂ ਨਾ ਕਰੋ। 10% ਘਟ ਗਿਆ ਹੈ ਨਾ, ਤਾਂ ਕਿੰਨਾ ਰਹਿ ਗਿਆ 90% ਰਹਿ ਗਿਆ ਬੇਟਾ। 90% ਮਤਲਬ 100% 'ਚੋਂ 10% ਘਟਾਤਾ ਬੇਟਾ। ਤੁਸੀਂ ਕਨਫਿਊਜ਼ ਤਾਂ ਨਹੀਂ ਹੋ ਰਹੇ? ਮੈਂ ਦੁਬਾਰਾ ਤੋਂ ਸਮਝਾ ਦਿੰਦਾ ਬੇਟਾ। ਦੇਖੋ ਐਟ ਹਾਈਟ 'ਤੇ ਚਲੇ ਗਏ ਜਿੱਥੇ ਪ੍ਰੈਸ਼ਰ 10% ਲੈਸ ਹੈ, ਐਵੇਂ ਲਾ ਲਓ 10% ਲੈਸ ਦੈਨ ਨੋਰਮਲ ਐਟਮੋਸਫੇਰਿਕ ਪ੍ਰੈਸ਼ਰ। ਨੋਰਮਲ ਐਟਮੋਸਫੇਰਿਕ ਪ੍ਰੈਸ਼ਰ ਨਾਲੋਂ 10% ਘੱਟ ਹੈ, ਤਾਂ ਰਹਿ ਕਿੰਨਾ ਗਿਆ ਹਾਈਟ 'ਤੇ ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਰਹੇਗਾ ਬੇਟਾ 90% ਆਫ ਐਟਮੋਸਫੇਰਿਕ ਪ੍ਰੈਸ਼ਰ। ਇੰਨਾ ਰਹੇਗਾ 10% ਘਟਾਤਾ, ਹੈ ਨਾ। ਜਿਵੇਂ ਐਵੇਂ ਕਰਨਾ ਸੀ ਐਵੇਂ ਕਰ ਲੈਂਦੇ ਬੇਟਾ ਵੀ ਟੋਟਲ ਐਟਮੋਸਫੇਰਿਕ ਪ੍ਰੈਸ਼ਰ ਜਿੰਨਾ ਸੀ ਉਸ 'ਚੋਂ 10% ਘਟਾਤਾ, 0 ਨਾਲ 0 ਕੱਟੀ ਗਈ, LCM ਲੈ ਕੇ ਇੰਨਾ ਹੀ ਬਣ ਜਾਂਦਾ 9/10 ਪ੍ਰੈਸ਼ਰ। ਐਵੇਂ ਕਰਨਾ ਐਵੇਂ ਕਰ ਲਿਓ, ਐਵੇਂ ਕਰਨਾ ਐਵੇਂ ਕਰ ਲਿਓ। ਇੰਨਾ ਪ੍ਰੈਸ਼ਰ ਘਟ ਗਿਆ ਤਾਂ ਹੁਣ ਐਟਮੋਸਫੇਰਿਕ ਪ੍ਰੈਸ਼ਰ ਇੰਨਾ ਬੇਟਾ ਐਟ ਹਾਈਟ ਐਟਮੋਸਫੇਰਿਕ ਪ੍ਰੈਸ਼ਰ 9/10 PA ਹੈ, ਮਤਲਬ 9/10 × 1.01 10⁵ ਇੰਨਾ, ਠੀਕ ਹੈ। ਕਹਿੰਦੇ ਉੱਥੇ ਗੋਜ਼ ਪ੍ਰੈਸ਼ਰ ਕਿੰਨਾ ਹੋਏਗਾ ਹੁਣ ਹਾਈਟ 'ਤੇ ਗੋਜ਼ ਪ੍ਰੈਸ਼ਰ ਇਜ਼ ਇਕੁਅਲ ਟੂ ਟੋਟਲ ਪ੍ਰੈਸ਼ਰ ਮਾਈਨਸ ਐਟਮੋਸਫੇਰਿਕ ਪ੍ਰੈਸ਼ਰ। ਟੋਟਲ ਪ੍ਰੈਸ਼ਰ ਅਸੀਂ ਪਹਿਲਾਂ ਫਾਈਂਡ ਆਊਟ ਕੀਤਾ ਹੋਇਆ, ਆ ਸੀਗਾ ਸੈਕਿੰਡ ਪਾਰਟ 'ਚ। ਟੋਟਲ ਪ੍ਰੈਸ਼ਰ ਸੀਗਾ 3.01 × 10⁵, ਹੈ ਨਾ। ਇਸ 'ਚੋਂ ਅਸੀਂ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਹਾਈਟ 'ਤੇ ਐਟਮੋਸਫੇਰਿਕ ਪ੍ਰੈਸ਼ਰ ਹੈ PA' ਇਹ ਮਾਈਨਸ ਕਰ ਦਾਂਗੇ 9/10 1.01 10⁵, ਠੀਕ ਹੈ। ਇਸ 'ਚੋਂ ਆਪਾਂ ਦੇਖੋ 3.01 ਮਾਈਨਸ 9.09/10 10⁵ ਬਾਹਰ ਆ ਜਾਏਗਾ। 3.01 ਮਾਈਨਸ 0.909 ਇਹ ਮਾਈਨਸ ਕਰ ਦਿਓ ਬੇਟਾ, ਇਹ ਤੁਹਾਡਾ ਰਿਜ਼ਲਟ ਬਣ ਜਾਏਗਾ, ਠੀਕ ਹੈ। ਜਿੰਨਾ ਹੈ ਉਹ ਰਿਜ਼ਲਟ ਬਣ ਜਾਏਗਾ ਇਹ, ਓਕੇ, ਆਨਸਰ ਆ ਜਾਏਗਾ। ਕੁਐਸਚਨ ਥੋੜ੍ਹਾ ਜਿਹਾ ਦੇਖੋ, ਪਹਿਲਾ ਪਾਰਟ ਤਾਂ ਬਿਲਕੁਲ ਸੌਖਾ ਹੀ ਹੈ ਵੀ ਉਹਨਾਂ ਨੇ ਕਿਹਾ ਸੀਗਾ ਵੀ ਗੋਜ਼ ਪ੍ਰੈਸ਼ਰ ਕਿੰਨਾ ਹੋਏਗਾ। ਗੋਜ਼ ਪ੍ਰੈਸ਼ਰ ਓਨਾ ਹੋਏਗਾ ਜਿੰਨਾ ਮੈਨੂਅਲ 'ਚ ਲਿਖਿਆ ਹੁੰਦਾ। ਜਿੰਨਾ ਪ੍ਰੈਸ਼ਰ ਮੈਨੂਅਲ 'ਚ ਲਿਖਿਆ ਸੀ, ਮੈਨੂਅਲ 'ਚ ਕਿੰਨਾ ਪ੍ਰੈਸ਼ਰ ਲਿਖਿਆ ਸੀ 200 kPa, ਤਾਂ ਦੈਟ ਇਜ਼ ਅਵਰ ਗੋਜ਼ ਪ੍ਰੈਸ਼ਰ। ਉਸ ਤੋਂ ਬਾਅਦ ਸੈਕਿੰਡ ਪਾਰਟ 'ਚ ਉਹਨਾਂ ਨੇ ਕਿਹਾ ਸੀ ਵੀ ਟੋਟਲ ਪ੍ਰੈਸ਼ਰ ਕਿੰਨਾ ਉਹ ਕੱਢ ਲਿਆ। ਉਸ ਤੋਂ ਬਾਅਦ ਸਮਝ ਆ ਗਿਆ ਨਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਸੀਗਾ ਵੀ ਹਾਈਟ 'ਤੇ ਚਲੇ ਗਏ, ਇਹੀ ਪ੍ਰੈਸ਼ਰ ਲੈ ਕੇ, ਆਹ ਵਾਲਾ ਪ੍ਰੈਸ਼ਰ ਲੈ ਕੇ ਹਾਈਟ 'ਤੇ ਚਲੇ ਗਏ ਜਿੱਥੇ ਪ੍ਰੈਸ਼ਰ 10% ਘੱਟ ਹੈ ਨਾ, ਨੋਰਮਲ ਪ੍ਰੈਸ਼ਰ ਨਾਲੋਂ 10% ਘੱਟ ਹੈ। ਤਾਂ ਬੇਟਾ ਹਾਈਟ 'ਤੇ ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਰਹਿ ਗਿਆ 90% ਰਹਿ ਗਿਆ। 10% ਘੱਟ ਗਿਆ 90% ਰਹਿ ਗਿਆ। 90% ਮਤਲਬ ਇੰਨਾ ਰਹਿ ਗਿਆ, ਹੈ ਨਾ। ਸੋਲਵ ਕਰ ਲਿਆ ਵੈਲਿਊਜ਼ ਪੁੱਟ ਕਰਕੇ, ਐਟਮੋਸਫੇਰਿਕ ਪ੍ਰੈਸ਼ਰ ਦੀ ਵੈਲਿਊ ਪੁੱਟ ਕਰਕੇ ਹਾਈਟ 'ਤੇ ਪ੍ਰੈਸ਼ਰ ਕੱਢ ਲਿਆ, ਹੈ ਨਾ। ਉੱਥੇ ਗੋਜ਼ ਪ੍ਰੈਸ਼ਰ ਕੱਢਣਾ ਸੀ, ਗੋਜ਼ ਪ੍ਰੈਸ਼ਰ ਟੋਟਲ ਪ੍ਰੈਸ਼ਰ 'ਚੋਂ ਆਹ ਵਾਲਾ ਐਟਮੋਸਫੇਰਿਕ ਪ੍ਰੈਸ਼ਰ ਮਾਈਨਸ ਕਰਤਾ। ਬਾਕੀ ਤਾਂ ਕੈਲਕੂਲੇਸ਼ਨਸ ਹੈ, ਕੈਲਕੂਲੇਸ਼ਨਸ ਤਾਂ ਤੁਸੀਂ ਈਜ਼ੀਲੀ ਕਰ ਸਕਦੇ ਹੋ ਬੇਟਾ, ਠੀਕ ਹੈ। ਦੈਟ ਇਜ਼ ਯੋਰ ਕੁਐਸਚਨ ਨੰਬਰ 5th।
ਅੱਜ ਆਪਾਂ ਸਿਰਫ 5 ਕੁਐਸਚਨਸ ਹੀ ਅਟੈਂਪਟ ਕੀਤੇ ਨੇ, ਬਾਕੀ ਜਿਹੜੇ 5 ਕੁਐਸਚਨਸ ਆ ਮੈਂ ਤੁਹਾਨੂੰ ਆਪਣੀ ਨੈਕਸਟ ਵੀਡੀਓ 'ਚ ਸੈਂਡ ਕਰਾਂਗਾ ਬੇਟਾ, ਠੀਕ ਹੈ। ਇੰਨੇ ਕੁਐਸਚਨਸ ਪਲੀਜ਼ ਟਰਾਈ ਕਰੋ। ਵੈਸੇ ਇਹ ਵੀ ਕਾਫੀ ਕੰਮ ਹੋ ਗਿਆ, ਕਾਫੀ ਫਾਰਮੂਲੇ ਹੋ ਗਏ ਹੈ ਨਾ, ਨਿਊਮੈਰੀਕਲਸ ਹੋ ਗਏ, ਬਾਕੀ ਨੈਕਸਟ ਵੀਡੀਓ 'ਚ ਸੈਂਡ ਕਰਾਂਗੇ। ਓਕੇ, ਥੈਂਕ ਯੂ ਵੈਰੀ ਮੱਚ।